ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ। ਤੰਡੀ ਬੰਦਸ ਮੈਂ ਕੋਏ ਨਾ ਡੀਠਾ, ਤੂੰ ਨਾਨਕ ਮਨ ਭਾਨਾ। ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਨਾ। ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਨਾ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਬੋਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ 'ਚ ਜੁੜ ਬੈਠੇ ਸਤਸੰਗੀ ਜਨੋ, ਆਓ ਕੁਝ ਸਮਾਂ ਲਈ ਗੁਰਮਤਿ ਵਿਚਾਰਾਂ ਦੇ ਨਾਲ ਜੁੜੀਏ। ਜੋ ਲੜੀਵਾਰ ਭਗਤਾਂ ਦੀ ਬਾਣੀ ਦੀ ਵਿਚਾਰ ਚੱਲ ਰਹੀ ਹੈ, ਸਮਾਂ ਘੱਟ ਹੈ, ਇਸ ਕਰਕੇ ਉਹ ਸ਼ਬਦ ਪੂਰਾ ਨਹੀਂ ਹੋਣਾ, ਇਸ ਕਰਕੇ ਉਹ ਕੱਲ੍ਹ ਦੇ ਦੀਵਾਨਾਂ 'ਚ ਜਾਂ ਨੈਕਸਟ ਟਾਈਮ ਆਪਾਂ ਵਿਚਾਰਾਂਗੇ। ਸੋ ਆਓ ਪਿਆਰ ਨਾਲ ਗੁਰੂ ਮਹਾਰਾਜ ਜੀ ਨੇ ਜੋ ਉਪਦੇਸ਼ ਸਾਨੂੰ ਆਪਣੀ ਅੰਮ੍ਰਿਤ ਬਾਣੀ ਰਾਹੀਂ ਬਖਸ਼ਿਸ਼ ਕੀਤਾ ਹੈ, ਉਸ ਉਪਦੇਸ਼ ਨਾਲ ਜੁੜਦੇ ਹਾਂ। ਮਨੋਵਰਤੀਆਂ ਇਕਾਗਰ ਕਰੋ, ਪ੍ਰੇਮ ਸਹਿਤ ਗੁਰੂ ਮਹਾਰਾਜ ਨੂੰ ਝੁਕਾਓ ਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਨਾਲ ਆਪ ਜੀ ਨੇ ਕੀਰਤਨ ਸਰਵਣ ਕੀਤਾ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਹਿ ਹੋ ਵਿਰਹਿ ਜਾਲੀ। ਕੁਛ ਐਸੇ ਪ੍ਰਤੀਕ ਨੇ ਬਾਣੀ ਵਿੱਚ ਜਿਹੜੇ ਕਿ ਸਾਨੂੰ ਸਮਝਾਉਣ ਵਾਸਤੇ ਭਗਤਾਂ ਨੇ, ਗੁਰੂ ਸਾਹਿਬ ਜੀ ਨੇ ਵਰਤੇ ਹਨ ਕਿ ਸਾਨੂੰ ਉਸ ਦਾ ਗਿਆਨ ਦਿੱਤਾ ਜਾ ਸਕੇ, ਗੁਰਮਤਿ ਦੀ ਸਮਝ ਦਿੱਤੀ ਜਾ ਸਕੇ ਅਤੇ ਅਸੀਂ ਗੁਰਮਤਿ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ। ਬਾਬਾ ਫਰੀਦ ਜੀ ਕਹਿੰਦੇ, ਜਦੋਂ ਉਹ ਕੁਦਰਤ ਨਾਲ ਗੱਲ ਕਰਦੇ ਨੇ, ਇਹ ਗੱਲ ਜੀਵਨ 'ਚ ਯਾਦ ਰੱਖਣਾ, ਜਦੋਂ ਤੱਕ ਮਨੁੱਖ ਕੁਦਰਤ ਦੇ ਨਾਲ ਜੁੜਿਆ ਰਹੇਗਾ, ਕਾਦਰ ਦੇ ਬੜੇ ਨੇੜੇ ਹੋਵੇਗਾ। ਜਿਵੇਂ ਆਪਾਂ ਦੇਖਦੇ ਨਾ, ਦੁਨਿਆਵੀ ਤੌਰ ਤੋਂ ਕਿਸੇ ਨੇ ਕੋਈ ਵਸਤੂ ਬਣਾਈ, ਘਰ ਬਣਾਇਆ, ਅਤੇ ਜੇ ਘਰ ਨਾਲ ਜੁੜੇ ਹਾਂ ਤਾਂ ਘਰ ਬਣਾਉਣ ਵਾਲਾ ਵੀ ਸਾਨੂੰ ਚੇਤੇ ਰਹਿੰਦਾ ਵੀ ਸਾਡਾ ਕਿਹੜਾ ਬਿਲਡਰ ਹੈ, ਕਿਸਨੇ ਸਾਡੀ ਬਿਲਡਿੰਗ ਬਣਾਈ ਹੈ। ਕੋਈ ਚੀਜ਼ ਅਸੀਂ ਬਣੀ ਹੋਈ ਖਰੀਦ ਕੇ ਲੈ ਕੇ ਆਉਂਦੇ ਤਾਂ ਸਾਨੂੰ ਪਤਾ ਹੁੰਦਾ ਵੀ ਇਹ ਚੀਜ਼ ਫਲਾਣੇ ਨੇ ਬਣਾਈ ਹੈ। ਇਸ ਤਰ੍ਹਾਂ ਜਦੋਂ ਮਨੁੱਖ ਕੁਦਰਤ ਨਾਲ ਜੁੜਿਆ ਰਿਹਾ ਤਾਂ ਕਾਦਰ ਦੇ ਨੇੜੇ ਰਿਹਾ, ਕਿਉਂਕਿ ਜਿਹੜੀ ਕੁਦਰਤ ਹੈ ਉਹ ਕਾਦਰ ਦੀ ਦੇਣ ਹੈ, ਅਕਾਲ ਪੁਰਖ ਦੀ ਦੇਣ ਹੈ। ਇਸ ਕਰਕੇ ਭਗਤਾਂ ਨੇ ਜਿਤਨੀ ਵੀ ਬਾਣੀ ਰਚੀ ਨਾ, ਉਹ ਕੁਦਰਤ ਦੇ ਨੇੜੇ ਹੋ ਕੇ ਰਚੀ। ਭਗਤ ਜੀ ਕਹਿੰਦੇ, ਕੋਇਲ ਨੂੰ ਵੇਖਦੇ ਨੇ, ਉਸਦਾ ਰੰਗ ਕਾਲਾ ਹੈ, ਉਸਦੇ ਨਾਲ ਗੱਲਾਂ ਕਰਦੇ ਹਨ। ਦੇਖੋ, ਇਹਨੂੰ ਕਹਿੰਦੇ ਨੇ ਮਨ ਦਾ ਸੰਵਾਦ ਕਰਨਾ। ਤੁਸੀਂ ਪੱਥਰ ਨਾਲ ਵੀ ਸੰਵਾਦ ਕਰ ਸਕਦੇ ਹੋ, ਪੰਛੀਆਂ ਨਾਲ ਵੀ ਸੰਵਾਦ ਕਰ ਸਕਦੇ ਹੋ, ਬਨਸਪਤੀ ਨਾਲ ਵੀ ਗੱਲਾਂ ਕਰ ਸਕਦੇ ਹੋ, ਤੁਸੀਂ ਕਿਸੇ ਨਾਲ ਵੀ ਮਨ ਦਾ ਆਪਣਾ ਸੰਵਾਦ ਕਰ ਸਕਦੇ ਹੋ। ਜਿਵੇਂ ਭਾਈ ਵੀਰ ਸਿੰਘ ਜੀ ਨੇ ਨਾ, ਉਹਨਾਂ ਨੇ ਵੀ ਬਹੁਤੀ ਗੱਲ ਜਿਹੜੀ ਉਹ ਕੁਦਰਤ ਦੇ ਨਾਲ ਜੁੜ ਕੇ ਗੱਲ ਕੀਤੀ। ਇੱਕ ਦਿਨ ਭਾਈ ਵੀਰ ਸਿੰਘ ਜੀ ਦਾ ਮੈਂ ਵਚਨ ਪੜ੍ਹ ਰਿਹਾ ਸੀ, ਮੀਂਹ ਪੈ ਕੇ ਹਟਿਆ ਅਤੇ ਇੱਕ ਤਾਰ ਨਾਲ ਬੂੰਦ ਲਟਕਦੀ ਸੀ, ਅਤੇ ਉਸ ਬੂੰਦ ਦੇ ਨਾਲ ਗੱਲਾਂ ਕਰਦੇ ਹੈ। ਕਹਿੰਦੇ ਮੀਂਹ ਪੈ ਹਟਿਆ, ਤਾਰ ਨਾਲ ਇੱਕ ਤੁਬਕਾ ਸੀ ਲਟਕਣ ਦਾ। ਕਹਿੰਦੇ ਮੀਂਹ ਪੈ ਕੇ ਹਟਿਆ, ਤਾਰ ਨਾਲ ਇੱਕ ਬੂੰਦ ਲਟਕੀ ਸੀ, ਅਤੇ ਮੈਂ ਉਹਨੂੰ ਪੁੱਛਿਆ ਵੀ ਤੇਰੇ ਲਟਕਣ ਦਾ ਕਾਰਨ ਕੀ ਹੈ। ਮੀਂਹ ਪੈ ਹਟਿਆ, ਇੱਕ ਤਾਰ ਨਾਲ ਤੁਬਕਾ ਸੀ ਲਟਕਣ ਦਾ,
ਡਿੱਗਦਿਆਂ ਜਾਪੇ ਪਰ ਨਾ ਡਿੱਗੇ, ਪੁੱਛਿਆ ਰੋਏ ਸੁਣਨ ਭਾਈ ਵੀਰ ਸਿੰਘ ਕਹਿੰਦੇ ਮੈਨੂੰ ਲੱਗ ਰਿਹਾ ਸੀ ਵੀ ਉਹ ਬੂੰਦ ਡਿੱਗਣ ਵਾਲੀ ਹੈ, ਪਰ ਉਹ ਡਿੱਗ ਨਹੀਂ ਰਹੀ ਸੀ। ਤੇ ਜਿਵੇਂ ਮੈਂ ਉਹਨੂੰ ਪੁੱਛਿਆ ਹੋਵੇ ਤੇ ਉਹ ਅੱਗੋਂ ਰੋ ਪਈ। ਇੰਝ ਲੱਗ ਰਿਹਾ ਜਿਵੇਂ ਅੱਖ ਵਿੱਚੋਂ ਅਥਰੂ ਨਿਕਲਦੇ ਨੇ, ਇਸ ਤਰ੍ਹਾਂ ਬੂੰਦ ਦੇ ਉਹ ਅਥਰੂ ਦੇ ਰੂਪ ਦੇ ਵਿੱਚ ਮੈਨੂੰ ਨਜ਼ਰ ਆ ਰਹੀ ਹੈ ਕਿ ਉਹ ਬੂੰਦ ਰੋਕ ਕੇ ਮੈਨੂੰ ਦੱਸ ਰਹੀ ਹੈ ਆਪਣਾ ਹਾਲ। ਮੀਂਹ ਪੈ ਹਟਿਆ ਤਾਰ ਨਾਲ ਇੱਕ ਤੁਬਕਾ ਸੀ ਲਟਕਣ ਦਾ, ਡਿੱਗਦਿਆਂ ਜਾਪੇ ਪਰ ਨਾ ਡਿੱਗੇ, ਪੁੱਛਿਆ ਰੋਏ ਸੁਣਨ ਦਾ। ਤੇ ਉਹ ਬੂੰਦ ਪਤਾ ਕੀ ਕਹਿੰਦੀ ਹੈ? ਕਹਿੰਦੇ ਅਰਸਾ ਤੋਂ ਲੱਖਾਂ ਸਾਥੀ ਇਕੱਠੇ ਹੋ ਸਾਂ ਆਏ। ਭਾਈ ਵੀਰ ਸਿੰਘ ਜੀ ਕਹਿੰਦੇ ਬੂੰਦ ਮੈਨੂੰ ਕਹਿੰਦੀ ਹੈ ਅਸਮਾਨ ਤੋਂ ਅਸੀਂ ਲੱਖਾਂ ਬੂੰਦਾਂ ਇਕੱਠੀਆਂ ਹੋ ਕੇ ਧਰਤੀ ਤੇ ਆਈਆਂ। ਉਹ ਬੂੰਦ ਕਹਿੰਦੇ ਮੇਰੇ ਨਾਲ ਗੱਲਾਂ ਕਰ ਰਹੀ। ਬੂੰਦ ਦੇ ਕਹਿੰਦੇ ਇੰਝ ਲੱਗ ਰਿਹਾ ਜਿਵੇਂ ਕਿ ਉਹਦੀ ਅੱਖਾਂ ਵਿੱਚੋਂ ਅਥਰੂ ਹੋਣ ਤੇ ਉਹ ਰੋ ਰਹੀ ਹੋਵੇ, ਤੇ ਰੋਂਦੀ ਹੋਈ ਮੈਨੂੰ ਕਹਿੰਦੀ ਹੈ ਕਿ ਅਸੀਂ ਅਸਮਾਨ 'ਚੋਂ ਆਏ ਸੀ ਇਕੱਠੇ, ਤੇ ਸਾਡੀ ਅੱਜ ਕਹਿੰਦੇ ਉਹ ਜਿਹੜੀਆਂ ਬੂੰਦਾਂ ਸੀ ਨਾਲ ਵਾਲੀਆਂ ਉਹ ਮੈਨੂੰ ਨਜ਼ਰ ਨਹੀਂ ਆ ਰਹੀਆਂ। ਇਕੱਠਾ ਅਰਸਾ ਤੋਂ ਇਕੱਠੇ ਸਾਥੀ ਲੱਖਾਂ ਹੋਸਾ ਆਏ, ਕਹਿੰਦੇ ਕਿਤਵਲ ਲੋਭ ਯਾਰ ਉਹ ਹੋਏ ਮਹਿਲਾ ਨੀ ਤਕੰਦਾ। ਭਾਈ ਵੀਰ ਸਿੰਘ ਕਹਿੰਦੇ ਨੇ ਉਹ ਬੂੰਦ ਕਹਿ ਰਹੇ ਸੀ, ਕਹਿੰਦੇ ਉਹ ਕਿੱਥੇ ਅਲੋਪ ਹੋ ਗਈਆਂ ਨੇ ਬੂੰਦਾਂ। ਕਹਿੰਦੇ ਮੈਂ ਨੀਝ ਲਾ ਕੇ ਤੱਕ ਰਹੀਆਂ ਵੀ ਉਹ ਮੇਰੀ ਸਾਥੀ ਬੂੰਦਾਂ ਕਿੱਥੇ ਚਲੀ ਗਈਆਂ। ਇਸ ਤਰ੍ਹਾਂ ਬਾਣੀ ਦੇ ਵਿੱਚ ਨਾ ਪ੍ਰਤੀਕ ਲੈ ਗਏ ਨੇ। ਇੱਥੇ ਜਿਹੜੀ ਕਾਲੀ ਕੋਇਲ ਹੈ ਨਾ, ਉਹਦੇ ਨਾਲ ਬਾਬਾ ਫਰੀਦ ਜੀ ਜੋ ਸ਼ਬਦ ਤੁਸੀਂ ਸਰਵਣ ਕੀਤਾ ਨਾ, ਉਹਦੇ ਵਿੱਚ ਸੰਵਾਦ ਹੈ ਵੀ ਇਹ ਕੋਇਲ ਕਿਸ ਕਰਕੇ ਤੂੰ ਕਾਲੀ ਹੋ ਗਈ ਹੈ। ਤੇ ਅੱਗੋਂ ਕੋਇਲ ਪਤਾ ਕੀ ਜਵਾਬ ਦਿੰਦੀ ਹੈ? ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਕਿਸ ਕਾਰਨ ਕਰਕੇ ਕਾਲੀ ਹੋ ਗਈ ਹੈ। ਤੇ ਕਹਿਣ ਲੱਗੀ ਆਪਣੇ ਪ੍ਰੀਤਮ ਕਹਿ ਹੂੰ ਵਿਰਹਿ ਜਾਲੀ, ਮੇਰੇ ਪਤੀ ਦਾ ਵਿਛੋੜਾ ਪੈ ਗਿਆ, ਇਸ ਕਰਕੇ ਉਹਦੇ ਵਿਰਹ ਵਿੱਚ ਮੈਂ ਕਾਲੀ ਹੋ ਗਈ ਹਾਂ। ਬਾਬਾ ਫਰੀਦ ਜੀ ਕਹਿੰਦੇ ਇਸ ਤਰ੍ਹਾਂ ਮੈਂ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਤੋਂ ਜਿਹੜਾ ਵੀ ਟੁੱਟ ਜਾਏਗਾ ਉਹ ਅੰਦਰੋਂ ਕਾਲਾ ਹੋ ਜਾਏਗਾ, ਉਹਦੇ ਮਨ ਵਿੱਚ ਮੈਲ ਆ ਜਾਏਗੀ, ਉਹਦੇ ਮਨ ਵਿੱਚ ਕਪਟ ਆ ਜਾਏਗਾ। ਇਸ ਕਰਕੇ ਜਿਹੜਾ ਵਿਛੋੜੇ ਦਾ ਦੁੱਖ ਹੈ ਨਾ, ਉਹਨੂੰ ਸਭ ਤੋਂ ਵੱਡਾ ਬਾਬਾ ਫਰੀਦ ਜੀ ਕਹਿੰਦੇ ਬੜਾ ਦੁਖਦਾਈ ਹੈ, ਕਿਉਂਕਿ ਪ੍ਰੀਤਮ ਦੇ ਵਿਰਹ ਦੇ ਵਿੱਚ, ਵਿਛੋੜੇ ਦੇ ਵਿੱਚ ਕੋਇਲ ਕਹਿੰਦੀ ਹੈ ਮੈਂ ਕਾਲੀ ਹੋ ਗਈਆਂ। ਬਾਬਾ ਫਰੀਦ ਕਹਿੰਦੇ ਇਸ ਤਰ੍ਹਾਂ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਤੋਂ ਸਕਣੇ ਹੋ ਕੇ ਰੱਬ ਤੋਂ ਵਿਛੜ ਕੇ ਅਸੀਂ ਅੰਦਰੋਂ ਕਾਲੇ ਹੋ ਗਏ। ਜਦੋਂ ਸਾਨੂੰ ਰੱਬ ਚੇਤੇ ਰਹੇਗਾ ਨਾ, ਅਸੀਂ ਕਦੇ ਅੰਦਰੋਂ ਮੈਲੇ ਨਹੀਂ ਹੋ ਸਕਦੇ। ਸਾਡੇ ਜੀਵਨ 'ਚ ਬੁਰਾਈਆਂ ਨਹੀਂ ਆ ਸਕਦੀਆਂ, ਸਾਡੇ ਜੀਵਨ 'ਚ ਔਗੁਣ ਨਹੀਂ ਆ ਸਕਦੇ, ਸਾਡੇ ਜੀਵਨ ਵਿੱਚ ਕਿਸੇ ਦਾ ਬੁਰਾ ਨਹੀਂ ਹੋ ਸਕਦਾ ਜੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਚੇਤੇ ਹੈ। ਪਰ ਜਿਸ ਦਿਨ ਸਾਨੂੰ ਭੁੱਲ ਜਾਂਦਾ, ਜਿੰਨਾ ਵਾਹਿਗੁਰੂ ਜੀ ਦੀ ਯਾਦ ਭੁੱਲ ਜਾਂਦੀ ਹੈ, ਅਸੀਂ ਫਿਰ ਉਸ ਦਿਨ ਆਪਣਾ ਹੀ ਬੁਰਾ ਕਰਨਾ ਸ਼ੁਰੂ ਕਰਦੇ। ਹੋਰ ਦਾ ਤਾਂ ਛੱਡੋ, ਮਨੁੱਖ ਕਈ ਵਾਰੀ ਆਪਣੇ ਹੱਥੀਂ ਆਪਣਾ ਹੀ ਬੁਰਾ ਕਰ ਲੈਂਦਾ ਹੈ, ਆਪਣੇ ਹੱਥੀਂ ਆਪਣਾ ਹੀ ਕਾਜ ਵਿਗਾੜ ਲੈਂਦਾ ਹੈ ਸਵਾਰਨ ਦੀ ਥਾਂ 'ਤੇ। ਇਸ ਕਰਕੇ ਗੁਰਬਾਣੀ ਕਹਿੰਦੀ ਹੈ ਆਪਨ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ, ਆਪਣੇ ਹੱਥਾਂ ਦੇ ਨਾਲ ਆਪਣੇ ਕਾਰਜ ਨੂੰ ਸਵਾਰ, ਕਾਰਜ ਨਾ ਵਿਗਾੜ। ਕਿਉਂਕਿ ਕਈ ਵਾਰੀ ਅਸੀਂ ਆਪਣੇ ਹੱਥਾਂ ਦੇ ਨਾਲ ਆਪਣੀ ਜ਼ਿੰਦਗੀ ਦੇ ਕਾਰਜ ਨੂੰ ਵਿਗਾੜ ਲੈਂਦੇ ਹਾਂ। ਭਗਤ ਫਰੀਦ ਜੀ ਕਹਿੰਦੇ ਕਿ ਆਪਣੇ ਜੀਵਨ ਦੇ ਵਿੱਚ ਉਹ ਕਰਮ ਕਰ ਤਾਂ ਕਿ ਅਕਾਲ ਪੁਰਖ ਵਾਹਿਗੁਰੂ ਨਾਲੋਂ ਵਿਛੋੜਾ ਨਾ ਹੋਵੇ, ਪਰਮੇਸ਼ਰ ਨਾਲ ਤੇਰੀ ਸਾਂਝ ਬਣੇ, ਰੱਬ ਦੀ ਨੇੜਤਾ ਹਾਸਲ ਹੋਵੇ, ਰੱਬ ਦੇ ਨਾਲ ਜੁੜ ਸਕੇ। ਕਿਉਂਕਿ ਜਿਵੇਂ ਜਿਵੇਂ ਅਸੀਂ ਗੁਰਬਾਣੀ ਦੀ ਰੋਸ਼ਨੀ ਵਿੱਚ ਆਵਾਂਗੇ, ਗੁਰੂ ਦੇ ਦਿੱਤੇ ਹੋਏ ਗਿਆਨ ਨੂੰ ਜੀਵਨ ਦਾ ਆਧਾਰ ਬਣਾਵਾਂਗੇ, ਉਸ ਵੇਲੇ ਸਾਨੂੰ ਸਮਝ ਆਵੇਗੀ ਵੀ ਅਸੀਂ ਕਿਹੜੇ ਕਰਮ ਕਰਨੇ ਹਨ ਜਿਨ੍ਹਾਂ ਕਰਮਾਂ ਕਰਕੇ ਰੱਬ ਦੇ ਨੇੜੇ ਹੋਇਆ ਜਾ ਸਕਦਾ ਹੈ। ਇਹ ਗੱਲ ਜੀਵਨ 'ਚ ਯਾਦ ਰੱਖਿਓ, ਕਰਮ ਨੇ ਜਿਹੜੇ ਤੁਹਾਨੂੰ ਚੰਗਾ ਬਣਾ ਸਕਦੇ ਨੇ, ਕਰਮ ਨੇ ਜਿਹੜੇ ਤੁਹਾਨੂੰ ਮਾੜਾ ਬਣਾ ਸਕਦੇ ਨੇ। ਉਹ ਕਰਮ ਹੀ ਨੇ ਜਦੋਂ ਬੰਦੇ ਨੂੰ ਕਿਹਾ ਜਾਂਦਾ ਬੜਾ ਮਹਾਨ ਹੈ। ਕੋਈ ਐਸਾ ਕਰਮ ਕੀਤਾ ਹੋਏਗਾ ਜੋ ਉਹਨੂੰ ਮਹਾਨ ਕਿਹਾ ਜਾ ਰਿਹਾ, ਕੋਈ ਐਸਾ ਕਰਮ ਕੀਤਾ ਹੋਏਗਾ ਕਿ ਸੰਸਾਰ ਵਿੱਚ ਉਹਦੀ ਜੈ ਜੈਕਾਰ ਹੋ ਰਹੀ ਹੈ। ਕਰਮ ਹੀ ਨੇ ਲੋਕ ਕਹਿੰਦੇ ਨੇ ਠੱਗ ਹੈ, ਇਹ ਚੋਰ ਹੈ, ਇਹ ਮਾੜਾ ਹੈ, ਇਹ ਲੋਭੀ ਹੈ, ਇਹ ਕਪਟੀ ਹੈ। ਕੋਈ ਕਰਮ ਕੀਤਾ ਹੋਏਗਾ ਇੱਦਾਂ ਦਾ? ਕੋਈ ਕਰਮ ਕੀਤਾ ਹੋਏਗਾ ਜੇ ਬੰਦੇ ਦੀ ਜੈ ਜੈਕਾਰ ਹੈ, ਪਿੱਛੇ ਕੋਈ ਕਰਮ ਹੈ। ਜੇ ਮਨੁੱਖ ਨੂੰ ਦੁਰਕਾਰ ਹੈ ਸਮਾਜ ਸੰਸਾਰ, ਤਾਂ ਸਮਝ ਲਓ ਉਸਦੇ ਜੀਵਨ ਵਿੱਚ ਕੋਈ ਕਰਮ ਹੈ ਜਿਸ ਕਰਮ ਕਰਕੇ ਉਹਨੂੰ ਫਿਟਕਾਰਾਂ ਪੈ ਰਹੀਆਂ। ਕਰਮ ਤੋਂ ਬਿਨਾਂ ਤੇ ਨਹੀਂ, ਕਰਮ ਹੀ ਜੈ ਜੈਕਾਰ ਕਰਾ ਰਿਹਾ ਹੈ, ਕਰਮ ਹੀ ਜੀਵਨ ਦੇ ਵਿੱਚ ਫਿਟਕਾਰਾਂ ਪਵਾ ਰਿਹਾ ਹੈ। ਇਸ ਕਰਕੇ ਬਾਣੀ ਕੀ ਕਹਿੰਦੀ ਹੈ? ਮਹਾਰਾਜ ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਪੋ ਆਪਣੇ ਕਰਮ ਨੇ, ਕਰਮਾਂ ਕਰਕੇ ਕੋਈ ਗੁਰੂ ਦੇ ਨੇੜੇ ਹੋ ਜਾਂਦਾ ਹੈ, ਕਰਮਾਂ ਕਰਕੇ ਕੋਈ ਗੁਰੂ ਤੋਂ ਦੂਰ ਹੋ ਜਾਂਦਾ ਹੈ। ਕਿਉਂਕਿ ਕਰਮ ਸਾਡੇ ਨੇੜੇ ਕਰ ਸਕਦੇ ਨੇ। ਮੰਨ ਲਓ ਕਿ ਆਪਾਂ ਘੰਟਾ ਘਰ ਜਾਣਾ ਹੋਵੇ ਤੇ ਆਪਾਂ ਤੁਰੀਏ ਘੰਟਾ ਘਰ ਵਾਲੇ ਪਾਸੇ,
तो असीं उत्थे पहुँच जावांगे। पर आपां तुरीए दूजे पासे, मायापुरी वाले पासे। कर्म ही ने, कर्म तो इधर जाण दा भी कर रहे, कर्म इस पासे जाण दा भी कर रहे, पर ये कर्म उस तो होर सानू दूर ले जाणगे। कर्म ऐसे कर्म करिए जिहड़े कर्म सानू रब दे नेड़े करन, ऐसे कर्म करिए जो साडी मंजिल मुकान, ऐसे कर्म करिए जो साडे जीवन च दुविधा खत्म करन, ऐसे कर्म करिए जो साडे जीवन विचों दुख खत्म करन। अदरअसल कर्म करके असीं दुखी हो रहे हैं, कर्म करके असीं सुखी हो रहे हैं। इस करके वो कर्म क्यों नहीं कर रहे जिहड़े कर्म सानू सुख देण। देखो ना, जदों भी कभी असीं दुखी हुंदे आ ना प्यारिओ, तां उस वेले पता चलदा है भी अज मैं माड़ा बोलिया सी, इस करके मैं दुखी हाँ। भी मैं किहनूं गाल कढ़ दित्ती, मंदा वचन कह दिता, घर विच झगड़ा हो गया। झगड़े विच कोई सुखी नहीं रह सकदा, कलेश विच कोई आनंदित नहीं रह सकदा। जिथे घर च कलेश होएगा, घर च झगड़ा होएगा, उत्थे दुख ही होएगा। पर होया क्यों? क्योंकि वचन इदां दे बोले गए। कोई काम ऐसा कर दिता घर दे विच जिहड़ा कि नहीं घरदिआं नूं प्रवान सी। जे घरदिआं नूं कोई कर्म प्रवान नहीं है, या कोई चीज़ मान लो भी मैनूं कोई गाल कड्ढे नहीं चंगी लगदी, तो मैनूं भी फिर गालां नहीं कढ़नियां चाहीदियां। पर असीं उस वेले नहीं सोचते, दूजे नूं असीं जो मर्जी कही जाइए, अपने उत्ते सोचते भी कोई सानूं माड़ा ना कहे। तो गुरबाणी की कह रही है इस प्रथा है कि जे तू चाहुंदा है कि तैनूं कोई माड़ा ना आखे, जे तू चाहुंदा है तैनूं कोई दुखी ना करे, तां तू भी किसी नूं दुखी मत कर। जे तू चाहुंदा मेरा भला होवे तां तू किहदा बुरा मत कर। क्योंकि बाबा फरीद जी ने जिथे वचन कीते ना शबद दे विच, उत्थे जो भाई गुरदास जी कहंदे ने, कहंदे कर भला ते हो भला, अंत भले का भला। तू जे भला करेगा ना, अंत अकाल पुरख वाहिगुरू तेरा भला करेगा। ते कर बुरा ते हो बुरा, अंत बुरे का बुरा। जे तू किदा बुरा किया तो अंत तेरा भी बुरा होना है। गल स्पष्ट हो गई ना। जे आपां भला चाहुंदे आ तां भला करना शुरू कर दईए। ये नहीं दूजे तो आपां आस रखी भी दूजा साडा भला करे, दूजा सानू मिठा बोले, दूजा सानू प्यार करे, दूजा सानू सत्कार करे। असीं दूजे दा सत्कार करना शुरू कर दईए, वो अपने आप सानू सत्कार करेगा। जे तुसीं चाहुंदे दूजा सानू सत्कार नाल बोले तो असीं उहनूं सत्कार नाल बोलना शुरू कर दईए। यही है ना जीवन का उद्देश्य। जदों तक ये उद्देश्य नहीं समझांगे ना, तो जीवन पवित्र नहीं होना। खेड़ सारी कर्मां दी है, विछोड़ा ते मिलाप। गुरु अर्जन देव जी महाराज ने बड़ा स्पष्ट कहा, किरत कर्म के विछड़े कर कृपा मेलो राम। हे सच्चे पातशाह, कीते हुए कर्मा करके तेरे नालों विछड़ गए हैं। जे आपां समाज विच रहिंदे होए किते ना किते दुखी आ ना, तो उहदे पिछे साडे काम कर्म कर रहे ने, वो कर्म जिहड़े ने वो काम कर रहे ने। क्योंकि उन्हां करके साडे जीवन विच दुख सुख लालसावां चिंतावां चोहरे पैदा हो रहे ने। इस करके गुरबाणी ने बड़ा स्पष्ट लिखिया, कहंदे अपने कर्म जदों करो ना, सुचेत होके करना, चेतन होके करना, जाग के कर्म करना। जाग के कर्म करने की हुंदे ने कि मेरे कोलों कोई वो काम ना होवे जिहड़ा काम करके मैनूं पछतावा करना पवे। इहनूं कहंदे सुचेत होके कर्म करना, जिन्हों गुरु साहब ने आनंद साहब दे विच लिखिया। जदों गुरु साहब जी ना आनंदपुर साहब दे विच विचर रहे सन, तां गुरु साहब जी दे कोल बहुत सारे जिग्यासू आउंदे सन। ते उस वेले एक जिग्यासू आया ते उसने गुरु साहब जी दा जस सुनिया, ते गुरु साहब जी ने उन्होंने उपदेश दिता। ਉਹਦਾ नाम सी आनंद सिंह। आनंद सिंह ने जदों उपदेश लिया, जीवन जाच सीखी, तो प्यार वाले उस वेले आनंद सिंह जीवन जाच सीखे ना और गुरु के शब्द में जुड़ गया। कई साल सेवा करता रहा आनंदपुर साहब दे विच। घर गया, बड़ा उपराम हो गया, कहने लगा माता पिता नूं भी मैं ना आनंद कारज नहीं कराना। जवान हो गया, गुरु घर विच रह के सेवा करदा करदा घर चला गया। कहने मैं आनंद कारज नहीं कराना जी, बड़े जंजाल ने आनंद कारज दे, परिवार दे बड़े झमेले ने, मैं झमेलियां च नहीं पैना। तो महाराज दे कोल परिवार आ गया, माता पिता आ गए, महाराज इन्हूं की सिक्ख्या दी है? तुसीं आप गृहस्थी, थोड़े गुरु नानक पातशाह तो लैके सारे गुरु गृहस्थी ने, गुरु हरकृष्ण साहिब नूं छड्ड के सारे गुरुआं दे ब्याह होए ने, क्योंकि वो तो 8.25 साल दे, पौने 8 साल दे सन। भी इनू उपदेश की दिता है? तो गुरु गोबिंद सिंह महाराज हस के कहते, भाई आनंद सिंह जी की उपदेश सुनिया है तुसी? और माता पिता नूं जाके ये जिहड़ी गल आखी है कित्थे सुन के आखी है?
ਤੇ ਕਹਿਣ ਲੱਗੇ ਮਹਾਰਾਜ ਮੈਂ ਰੋਜ਼ ਆਨੰਦ ਸਾਹਿਬ ਦਾ ਪਾਠ ਕਰਦਾ ਤੇ ਉਹਦੇ ਵਿੱਚ ਲਿਖਿਆ ਹੋਇਆ ਹੈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ। ਤੁਸੀਂ ਤਾਂ ਲਿਖਿਆ ਸਾਥ ਤੇਰੇ ਚੱਲੇ ਨਹੀਂ, ਤਿਸ ਨਾਲ ਕਿਉਂ ਚਿਤ ਲਾਈ ਹੈ। ਤੁਸੀਂ ਤਾਂ ਕਿਹਾ ਕਿ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਹੁਣ ਇੱਥੇ ਆਨੰਦ ਸਿੰਘ ਮਹਾਰਾਜ ਕਹਿੰਦੇ ਅੱਗੇ ਵੀ ਪੜ੍ਹ ਲੈ, ਅਗਲੀ ਪੰਕਤੀ ਵੀ ਪੜ੍ਹ। ਮਹਾਰਾਜ ਮੈਂ ਇੱਥੇ ਤੱਕ ਹੀ ਗੱਲ ਸਮਝ ਗਿਆ ਵੀ ਇਹ ਝਮੇਲੇ ਨੇ ਬੜੇ ਪਰਿਵਾਰ ਦੇ, ਮੈਂ ਨਹੀਂ ਵਿਆਹ ਕਰਾਉਣਾ। ਮਹਾਰਾਜ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਦਾ ਹੁਕਮ ਹੈ, ਕਿਉਂਕਿ ਗੁਰੂ ਘਰ ਵਿੱਚ ਇਹ ਕਿਹਾ ਗਿਆ ਕਿ ਗਿਆਨਨ ਮੈਂ ਗਿਆਨ ਔਰ ਧਿਆਨਨ ਮੈਂ ਧਿਆਨ ਗੁਰ, ਸਗਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਗੁਰੂ ਘਰ ਦੇ ਵਿੱਚ ਤਾਂ ਗ੍ਰਸਤੀ ਪ੍ਰਧਾਨ ਨੇ। ਮਹਾਰਾਜ ਇਤਨੇ ਬਚਨ ਸੁਣੇ ਨੇ, ਮੈਨੂੰ ਸਮਝ ਆ ਗਈ ਬੇਕਾਰ ਦੀਆਂ ਗੱਲਾਂ ਸਭ। ਮਹਾਰਾਜ ਨੇ ਫਿਰ ਅੱਗੇ ਬਚਨ ਕੀਤੇ, ਕਹਿੰਦੇ ਇਹ ਤੇ ਗੱਲ ਪੜ੍ਹ ਲਈ ਕਿ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਪਰ ਕਹਿਣ ਲੱਗੇ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਗੁਰੂ ਕਾ ਗੱਲ ਵੀ ਤਾਂ ਸੁਣ ਲੈ ਕੋਈ, ਆਪਣੀਆਂ ਮਨਮਾਨੀਆਂ ਤੱਕ ਹੀ ਡੁੱਬ ਗਿਆ ਤੂੰ। ਅਗਲੀ ਗੱਲ ਤੇ ਪੜ੍ਹ ਲੈਣਾ ਸੀ ਵੀ ਸਤਿਗੁਰੂ ਦਾ ਉਪਦੇਸ਼ ਕੀ ਹੈ, ਗ੍ਰਸਤੀ ਹੋਣਾ, ਪਰਿਵਾਰ ਵਾਲਾ ਹੋਣਾ। ਤੂੰ ਇਹ ਗੱਲ ਤਾਂ ਸੁਣ ਲਈ। ਜੰਜਾਲ ਕਦੋਂ ਬਣਦੇ ਨੇ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਆਨੰਦ ਸਿੰਘ ਨੂੰ ਸਮਝਾਇਆ ਕਿ ਇਹ ਜੰਜਾਲ ਉਦੋਂ ਬਣਦੇ ਨੇ ਜਦੋਂ ਕੋਈ ਗੁਰੂ ਦਾ ਉਪਦੇਸ਼ ਨਹੀਂ ਸੁਣਦਾ, ਜਦੋਂ ਗੁਰੂ ਦੀ ਗੱਲ ਨਹੀਂ ਮੰਨਦਾ, ਗੁਰੂ ਦੇ ਮੁਤਾਬਿਕ ਨਹੀਂ ਚੱਲਦਾ, ਉਦੋਂ ਇਹ ਸਾਰੇ ਜੰਜਾਲ ਨੇ। ਪਰ ਜਿਹੜਾ ਸਿੱਖ ਗੁਰੂ ਦੀ ਗੱਲ ਮੰਨਦਾ ਹੋਵੇ, ਗੁਰੂ ਕੇ ਵਚਨਾਂ ਤੇ ਭਰੋਸਾ ਕਰਦਾ ਹੋਵੇ, ਗੁਰੂ ਉਸ ਗ੍ਰਸਤੀ ਨੂੰ ਜੀਵਨ ਜੀਵਨ ਦਾ ਤਰੀਕਾ ਦੇ ਦਿੰਦਾ ਹੈ। ਗੁਰੂ ਤਾਂ ਪਹਿਲਾਂ ਆਪਣੇ ਘਰ ਵਿੱਚ ਰੱਖ ਕੇ ਉਹਨੂੰ ਜੀਵਨ ਜਾਚ ਸਿਖਾਉਂਦਾ ਹੈ। ਦੇਖੋ ਨਾ ਆਪਾਂ ਰੋਜ਼ ਸੁਖਮਨੀ ਸਾਹਿਬ 'ਚ ਜਦੋਂ ਪਾਠ ਕਰਦੇ ਹਾਂ ਤਾਂ ਗੁਰੂ ਸਾਹਿਬ ਨੇ ਕੀ ਕਿਹਾ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਤੇ ਮਹਾਰਾਜ ਕਹਿੰਦੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਤਿਗੁਰ ਤਾਂ ਰੋਜ਼ ਕਹਿੰਦੇ ਨੇ ਤੈਨੂੰ ਜਾਚ ਸਿਖਾਵਾਂ, ਆ ਮੇਰੇ ਕੋਲ। ਵੀ ਗੁਰੂ ਦੇ ਘਰ ਵਿੱਚ ਰਹਿਣਾ ਆ ਗਿਆ, ਸਾਨੂੰ ਆਪਣੇ ਘਰ ਵਿੱਚ ਵੀ ਰਹਿਣਾ ਆ ਜਾਏਗਾ। ਗੁਰੂ ਦੇ ਘਰ ਬੈਠਣਾ ਆ ਗਿਆ, ਸਾਨੂੰ ਆਪਣੇ ਘਰ ਵਿੱਚ ਵੀ ਬੈਠਣਾ ਆ ਜਾਏਗਾ। ਗੁਰੂ ਦੇ ਘਰ ਵਿੱਚ ਬੋਲਣਾ ਆ ਗਿਆ, ਸਾਨੂੰ ਘਰ ਵਿੱਚ ਵੀ ਬੋਲਣਾ ਆ ਜਾਣਾ। ਇੱਥੇ ਆ ਕੇ ਆਪਾਂ ਗੁਰੂ ਕੋਲ ਸਿੱਖਣਾ ਹੈ, ਉੱਠਣਾ ਕਿਵੇਂ, ਬੈਠਣਾ ਕਿਵੇਂ, ਸਾਡੀਆਂ ਡਿਊਟੀਆਂ ਕੀ ਨੇ ਜੀਵਨ ਦੇ ਅੰਦਰ, ਗ੍ਰਸਤੀ ਜੀਵਨ ਦੇ ਫਰਜ਼ ਕੀ ਨੇ, ਇਹ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਿਖਾਉਣਗੇ। ਜਦੋਂ ਆਪਾਂ ਉਹਨਾਂ ਫਰਜ਼ਾਂ ਨੂੰ, ਉਹਨਾਂ ਉਪਦੇਸ਼ਾਂ ਨੂੰ, ਉਸ ਵਿਚਾਰਧਾਰਾ ਨੂੰ ਸਮਝ ਲਵਾਂਗੇ, ਫਿਰ ਜਾ ਕੇ ਕਿਤੇ ਸਾਡੇ ਜੀਵਨ ਵਿੱਚ ਇਹ ਜਿਹੜਾ ਵਿਛੋੜਾ ਹੈ ਨਾ, ਇਹ ਦੂਰ ਹੋਵੇਗਾ। ਔਰ ਵਿਛੋੜੇ ਦਾ ਕਾਰਨ ਹੀ ਹੈ ਸਾਡੇ ਦੁੱਖਾਂ ਦਾ ਕਾਰਨ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਨੇ, ਕਹਿੰਦੇ ਕੋਇਲ ਨਾਲ ਗੱਲ ਕਰਦੇ ਹੋਏ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਤੂੰ ਕਿਉਂ ਕਾਲੀ ਹੋ ਗਈ ਹੈ? ਕਹਿੰਦੇ ਆਪਣੇ ਪ੍ਰੀਤਮ ਕਹਿਹੂੰ ਵਿਰਹਿ ਜਾਲੀ, ਆਪਣੇ ਪ੍ਰੀਤਮ ਦੇ ਵਿਛੋੜੇ ਵਿੱਚ ਕਾਲੀ ਹੋ ਗਈਆਂ। ਇਹ ਗੱਲ ਜਦੋਂ ਅਹਿਸਾਸ ਕਰ ਲਵਾਂਗੇ ਨਾ ਕਿ ਗੁਰੂ ਨਾਲੋਂ ਵਿਛੜ ਕੇ, ਅਕਾਲ ਪੁਰਖ ਵਾਹਿਗੁਰੂ ਨਾਲੋਂ ਵਿਛੜ ਕੇ ਸਾਡੇ ਅੰਦਰ ਖਾਮੀਆਂ ਆ ਜਾਣਗੀਆਂ, ਸਾਡੇ ਜੀਵਨ 'ਚ ਔਗੁਣ ਆ ਜਾਣਗੇ, ਬੁਰਾਈਆਂ ਆ ਜਾਣਗੀਆਂ, ਫਿਰ ਸਿੱਖ ਕਦੀ ਵੀ ਗੁਰੂ ਨਾਲੋਂ ਨਹੀਂ ਵਿਛੜੇਗਾ, ਗੁਰੂ ਕੇ ਚਰਨਾਂ ਨਾਲ ਜੁੜਿਆ ਰਹੇਗਾ, ਗੁਰੂ ਕੇ ਉਪਦੇਸ਼ ਦੀ ਕਮਾਈ ਕਰੇਗਾ। ਮੈਂ ਬੇਨਤੀ ਕਰਾਂ, ਗ੍ਰਸਤੀ ਕੋਈ ਜੰਜਾਲ ਨਹੀਂ ਹੈ, ਕੋਈ ਬੋਝ ਨਹੀਂ ਹੈ, ਬਸ ਸਾਡੇ ਸਮਝਣ ਦਾ ਫੇਰ ਹੈ। ਆਪਣੀ ਡਿਊਟੀਆਂ ਨਿਭਾਉਣ ਵਿੱਚ ਕਿਤੇ ਨਾ ਕਿਤੇ ਸਾਡੇ ਕੋਲੋਂ ਕਸਰ ਹੋ ਜਾਂਦੀ ਹੈ, ਸਾਡੀ ਬੋਲ ਬਾਣੀ ਠੀਕ ਨਹੀਂ ਹੈ, ਸਾਨੂੰ ਸਮਾਜ ਵਿੱਚ ਰਹਿਣਾ ਨਹੀਂ ਆ ਰਿਹਾ। ਗੁਰੂ ਦਾ ਸਭ ਕੁਝ ਸਿਖਾ ਰਿਹਾ ਹੈ। ਗੁਰੂ ਨੇ ਤਾਂ ਬੜਾ ਸਪਸ਼ਟ ਕਿਹਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕੋੜਾ। ਜਿਹੜਾ ਸਾਡਾ ਸੁਆਮੀ ਹੈ ਨਾ, ਉਹ ਤਾਂ ਕਦੀ ਕੋੜਾ ਬੋਲਦਾ ਨਹੀਂ, ਪਰ ਜਿਹੜਾ ਘਰ ਦਾ ਸੁਆਮੀ ਹੁੰਦਾ ਉਹ ਕਦੀ ਮਿੱਠਾ ਨਹੀਂ ਬੋਲਦਾ। ਤੇ ਘਰ 'ਚ ਤਾਂ ਕਲੇਸ਼ ਹੀ ਰਹਿਣਾ, ਘਰ ਦੇ ਵਿੱਚ ਤਾਂ ਝਗੜੇ ਹੀ ਰਹਿਣੇ ਨੇ। ਉਹ ਝਗੜੇ ਕਿਵੇਂ ਮਿਟਣਗੇ ਸਾਡੇ ਜੀਵਨ 'ਚੋਂ? ਜਦੋਂ ਆਪਣੀ ਜ਼ਬਾਨ ਨੂੰ ਠੀਕ ਕਰ ਲਾਂਗੇ, ਜਦੋਂ ਆਪਣੇ ਵਿਚਾਰਾਂ ਨੂੰ ਠੀਕ ਕਰ ਲਾਂਗੇ, ਜਦੋਂ ਗੁਰੂ ਕੇ ਉਪਦੇਸ਼ ਸਦਕਾ ਆਪਣੇ ਜੀਵਨ ਨੂੰ ਘੜ ਲਵਾਂਗੇ। ਇਸ ਕਰਕੇ ਜਦੋਂ ਗੁਰੂ ਘਰ ਆਉਂਦੇ ਹੋ ਨਾ ਪਿਆਰਿਓ, ਤੇ ਗੁਰੂ ਘਰ ਆਉਣ ਦਾ ਅਰਥ ਹੈ ਕਿ ਇਹ ਉਹ ਕੁਠਾਰੀ ਹੈ ਜਿੱਥੇ ਸਾਡਾ ਜੀਵਨ ਘੜਿਆ ਜਾਣਾ। ਇਸ ਕੁਠਾਰੀ ਦੇ ਅੰਦਰ ਨਾ ਸਾਡਾ ਜੀਵਨ ਘੜਿਆ ਜਾਣਾ, ਸਾਡਾ ਜੀਵਨ ਸਵਰਨਾ ਹੈ। ਤੇ ਕੁਠਾਰੀ ਵਿੱਚ ਕਿਹੜਾ ਸੋਨਾ ਘੜਿਆ ਜਾਂਦਾ ਹੈ? ਜਿਹੜਾ ਸੋਨਾ ਆਪਣਾ ਆਪ ਵਾਰ ਦਿੰਦਾ ਹੈ, ਸੁਨਿਆਰ ਦੇ ਹਵਾਲੇ ਕਰ ਦਿੰਦਾ ਹੈ। ਉਹ ਕੁਠਾਰੀ ਵਿੱਚ ਪਾ ਕੇ, ਸੁਹਾਗਾ ਪਾ ਕੇ ਜਦੋਂ ਉਸ ਨੂੰ ਗਰਮ ਕਰਦਾ ਹੈ, ਤੇ ਉਹ ਸਾਰਾ ਸੋਨਾ ਜਿਹੜਾ ਸੀ ਨਾ, ਜਿਹੜੇ ਵੱਖ-ਵੱਖ ਗਹਿਣੇ ਬਣੇ ਹੋਏ ਸਨ, ਉਹ ਘੜਿਆ ਜਾਂਦਾ, ਉਸ ਦੀ ਘਾੜਤ ਘੜੀ ਜਾਂਦੀ ਹੈ।
तो फिर वो सोना पवित्र बन जाता है, शुद्ध हो जाता है, फिर उसकी कीमत पै जाती है। जिस दिन असी गुरु संगत रूपी कुठारी में आके आपा भाव अर्पण कर देंगे ना, तो गुरु कहेगा मैं तेनों घड़ना चाहना, सिख कहेगा महाराज जिदा तुसीं चाहुंदे कर दिओ। वैसे तो असीं कहते नहीं इदा माफ़ करना भी जिदा तुसीं चाहुंदे हो, क्योंकि उदा करना ही नहीं, फिर घड़न वाली तो कोई गल ही नहीं रहेगी ना। मत्था टेक के केवल गल नहीं बन जानी जब तक गुरु का उपदेश जीवन च नहीं वसांदे। इस करके गुरु पिता महाराज ने सानू ये जीवन का एक चज सिखाया, जीवन की ये जाच सिखाई कि जदों आपां गुरु साहब नूं मत्था टेकना ना, तो अपने ख्याल अपने विचार ये भी सब अर्पण कर देने गुरु अगे। सच्चे पातशाह मेरे ख्याल तुसीं लै लो, मेरे मन में तो बड़े खोट उपजते हैं, ये खोट मैं थोड़े चरणों च रखना चाहुंदा, तुसीं मेरे कोलों ये खोट लैके मैनू खोटे इंसान नूं अपनी चंगी मत दे दिओ, अपना चंगा ज्ञान दे दिओ, ताकि मैं जिंदगी नूं सवार सकां, जिंदगी नूं सोहनी बना सकां। सो प्यार वालिओ, असीं जदों गुरु उपदेश की कमाई करांगे, गुरु चरनां नाल जुड़ांगे, फिर जाके इस जीवन की घाड़त होएगी। अज दे दीवान च इतनियां बेनतियां प्रवान करनियां, गुरु साहब भली करन कि जो उपदेश सानू बख्शिया बाबे ने, वो उपदेश साडे जीवन का आधार बन जाए, तो असी गुरु के घर में रहना सीख जाइए। विछोड़े की असह ते अगह जिहड़ी सल है, पीड़ा है, इसनूं समझ सकीए, तो मिलाप वास्ते अपने कर्मां नूं सुधारना शुरू कर दईए। बस कर्मां नूं सुधारना इदां ही है जिवें रस्ते नूं सही फड़ लैना, रस्ते नूं रोंग तुरना, समझ लो गलत कर्म करने, सही रस्ता फड़ लेना, फिर हौली हौली एक दिन असी अपनी मंजिल तक पहुँच जावांगे। पर यह ना होवे जिंदगी विच कि पूछत पथिक ते मार्ग न धरै पग, प्रीतम कै देश कैसे बातन से जाइए। असी पुछदे रहिए दसो जी असी गुरु साहब नूं किवें मिलना है, रब दे नाल किवें जुड़ना है। तो गुरु कोलों जे पुछदे रहांगे, किसी गुरु के प्रेमी कोलों पुछदे रहांगे, जे तुरांगे नहीं तां भी नहीं पहुँचांगे। कला पुछण की गल नहीं, पुछ के नाल जीवन विच शुभ गुणां नूं वसाइए, फिर साडे हो जाणगे ये लोग सुखीए और लोग सवेले नानक हर पो आपे मिले। इतने बचन प्रवान, सारिਆਂ ਦਾ ਧੰਨਵਾਦ जी। आयां नूं फतेह दी सान करो प्यार नाल, आखो जी वाहिगुरू जी का खालसा वाहिगुरू जी की फतेह। राम कली महला तीजा, आनंद को ओंकार, सतगुर प्रसाद आनंद